ਸਤਿ ਸਾਹਿਬ ਸਟੂਡੈਂਟ ਜਿੱਦਾਂ ਨਾ ਪਹਿਲਾਂ ਤੁਸੀਂ ਮਤਲਬ ਤੁਹਾਨੂੰ ਮੈਡਮ ਨੇ ਕਵਾ ਵੀ ਦਿੱਤਾ ਹੈ, ਪਰ ਮੈਨੂੰ ਮਾੜਾ ਜਿਹਾ ਤੁਹਾਨੂੰ ਫਿਰ ਦੁਬਾਰਾ ਮੋਟਾ ਦੱਸ ਦਿੰਦਾ ਹੈ। ਠੀਕ ਹੈ ਨਾ, ਜਦੋਂ ਅਸੀਂ ਇਹ ਕੁਐਸਚਨ ਕੀਤੇ ਹੋਣੇ ਕੰਪੈਰੀਟਿਵ ਬੈਲੈਂਸ ਸ਼ੀਟ, ਕੰਪੈਰੀਟਿਵ ਕਿਆ ਜੀ ਇਨਕਮ ਸਟੇਟਮੈਂਟ, ਠੀਕ ਹੈ ਨਾ, ਕਾਮਨ ਸਾਈਜ਼ ਬੈਲੈਂਸ ਸ਼ੀਟ, ਕਾਮਨ ਸਾਈਜ਼ ਇਨਕਮ ਸਟੇਟਮੈਂਟ, ਠੀਕ ਹੈ ਨਾ, ਜਿਹੜਾ ਸਾਡਾ ਆਹ ਵਾਲਾ ਚੈਪਟਰ ਹੈਗਾ ਹੈ, ਠੀਕ ਹੈ ਨਾ, ਕਿਹੜਾ ਹੈਗਾ ਜੀ ਟੈਕਨੀਕਸ ਆਫ ਫਾਈਨੈਂਸ਼ੀਅਲ ਸਟੇਟਮੈਂਟ ਐਨਾਲਾਈਸਿਸ। ਇਹਦੇ ਵਿੱਚ ਕੁਐਸਚਨ ਸੀਗੇ ਨਾ ਤੁਹਾਨੂੰ ਕੰਪੈਰੀਟਿਵ ਬੈਲੈਂਸ ਸ਼ੀਟ ਸੀਗੀ, ਠੀਕ ਹੈ ਨਾ, ਕੰਪੈਰੀਟਿਵ ਇਨਕਮ ਸਟੇਟਮੈਂਟ ਤੇ ਪਲੱਸ ਕਿਹੜੀ ਕੰਪੈਰੀਟਿਵ ਇਨਕਮ ਸਟੇਟਮੈਂਟ ਤੇ ਕਾਮਨ ਸਾਈਜ਼ ਬੈਲੈਂਸ ਸ਼ੀਟ ਤੇ ਕਾਮਨ ਸਾਈਜ਼ ਇਨਕਮ ਸਟੇਟਮੈਂਟ, ਠੀਕ ਹੈ ਨਾ ਬੇਟਾ। ਇਹਨਾਂ ਵਿੱਚ ਤੁਸੀਂ ਪਹਿਲਾਂ ਮੇਨ ਪਰਫਾਰਮਾ ਕਰਨਾ, ਜਿਹਦਾ ਪਹਿਲੇ ਨੰਬਰ ਤੇ ਆਪਾਂ ਕਿਹਦਾ ਕਰਨਾ ਜੀ ਕੰਪੈਰੀਟਿਵ ਬੈਲੈਂਸ ਸ਼ੀਟ ਦਾ, ਠੀਕ ਹੈ ਨਾ। ਕੰਪੈਰੀਟਿਵ ਬੈਲੈਂਸ ਸ਼ੀਟ ਦੇ ਵਿੱਚ ਕੀ ਆਣਾ ਬੇਟਾ, ਪਹਿਲੇ ਨੰਬਰ ਤੇ ਆਣਾ ਹੈਗਾ ਸਾਡਾ ਪਾਰਟੀਕੂਲਰਸ, ਠੀਕ ਨਾ, ਤੇ ਇੱਥੇ ਕੀ ਆਣਾ ਜੀ ਪ੍ਰੀਵੀਅਸ ਈਅਰ, ਸਾਨੂੰ 2 ਸਾਲ ਦਿੱਤੇ ਹੋਣੇ ਆ। ਜਿੱਦਾਂ ਮੰਨ ਲਓ ਇੱਕ ਸਾਲ ਹੈਗਾ 2019, ਠੀਕ ਨਾ, ਜਿੱਦਾਂ ਮੇਰੇ ਕੋਲ ਕੁਐਸਚਨ ਦੇ ਵਿੱਚ ਕਿੰਨਾ ਜੀ ਇੱਥੇ ਨਹੀਂ ਕਿੰਨਾ ਲਿਆ ਹੈ, ਇੱਕ ਹੈਗਾ ਮੇਰੇ ਕੋਲ 2009 ਤੇ ਇੱਕ ਹੈਗਾ 2010। ਮੈਂ ਇੱਕ ਲਿਖ ਲੈਂਦਾ 2009 ਤੇ ਇੱਕ ਲਿਖ ਲੈਣਾ 2010, ਇਹਦਾ 2 ਅਲੱਗ-ਅਲੱਗ ਸਾਲ ਦਿੱਤੇ ਹੋਣੇ ਆ, ਠੀਕ ਨਾ। ਤੇ ਇੱਥੇ ਕੀ ਲਿਖਣਾ ਹੈਗਾ ਜੀ ਆਪਾਂ ਚੇਂਜ, ਇੱਥੇ ਕੀ ਲਿਖਣਾ ਜੀ ਪ੍ਰਤੀਸ਼ਤ, ਇੱਥੇ ਕੀ ਲਿਖਣਾ ਜੀ ਆਪਾਂ ਪ੍ਰਤੀਸ਼ਤ, ਤੇ ਇੱਥੇ ਕੀ ਦਿੱਤਾ ਹੈ ਜੀ ਚੇਂਜ, ਠੀਕ ਨਾ। ਔਰ ਇੱਧਰਲੇ ਪਾਸੇ ਬੇਟਾ ਤੁਸੀਂ ਕੀ ਕਰਨਾ ਜੀ ਪਰਫਾਰਮੇ ਦੇ ਵਿੱਚ, ਠੀਕ ਨਾ, ਮਤਲਬ ਜਿੱਦਾਂ ਸਾਡਾ ਪਰਫਾਰਮਾ ਜਿਹੜਾ ਪਹਿਲੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ, ਦੂਜੇ ਨੰਬਰ ਵਾਲਾ ਦੂਜੇ ਨੰਬਰ ਤੇ, ਇਹ ਨਹੀਂ ਕਿ ਉੱਪਰ ਥੱਲੇ ਵੀ ਹੋ ਸਕਦਾ ਹੈ, ਠੀਕ ਹੈ ਨਾ। ਜਿੱਦਾਂ ਹੁਣ ਕਿਹਾ ਜੀ ਸਾਡੇ ਕੋਲ ਪਹਿਲੇ ਨੰਬਰ ਤੇ ਲਿਖੀ ਜਾਂਦਾ ਇੱਧਰ ਪਾਸੇ ਆਪਾਂ ਇਕੁਇਟੀ ਐਂਡ ਜਿਹੜੀਆਂ ਸਾਡੇ ਕੋਲ ਕੀ ਹੋਣੀਆਂ ਜੀ ਲਾਇਬਿਲਟੀਜ਼, ਕੀ ਹੋਣੀਆਂ ਜੀ ਇਕੁਇਟੀ ਐਂਡ ਲਾਇਬਿਲਟੀਜ਼, ਠੀਕ ਹੈ ਨਾ। ਇਹਦੇ ਵਿੱਚ ਸਾਡੇ ਕੋਲ ਪਹਿਲੇ ਨੰਬਰ ਤੇ ਜਿਹੜਾ ਇਕੁਇਟੀ ਐਂਡ ਲਾਇਬਿਲਟੀਜ਼ ਵਿੱਚ ਕੀ ਹੋਣਾ ਜੀ ਸ਼ੇਅਰ ਹੋਲਡਰ ਫੰਡ, ਠੀਕ ਹੈ ਜੀ। ਸ਼ੇਅਰ ਹੋਲਡਰ ਫੰਡ ਦੇ ਵਿੱਚ ਸਾਡੇ ਕੋਲ 2 ਚੀਜ਼ਾਂ ਹੋਣੀਆਂ, ਇੱਕ ਹੋਣੀ ਹੈਗੀ ਆ ਸ਼ੇਅਰ ਕੈਪੀਟਲ, ਦੂਜੇ ਨੰਬਰ ਤੇ ਹੋਣੀ ਹੈਗੀ ਸਾਡੇ ਕੋਲ ਰਿਜ਼ਰਵ ਐਂਡ ਸਰਪਲਸ, ਠੀਕ ਨਾ। ਯਾਨੀ ਕਿ ਸ਼ੇਅਰ ਕੈਪੀਟਲ ਦੇ ਵਿੱਚ ਕੋਈ ਵੀ ਹੋਵੇ, ਚਾਹੇ ਇਕੁਇਟੀ ਸ਼ੇਅਰ ਕੈਪੀਟਲ ਹੋਵੇ ਚਾਹੇ ਪ੍ਰੈਫਰੈਂਸ ਸ਼ੇਅਰ ਕੈਪੀਟਲ, ਤੁਸੀਂ ਇੱਥੇ ਲਿਖ ਦੇਣਾ, ਠੀਕ ਨਾ। ਰਿਜ਼ਰਵ ਐਂਡ ਸਰਪਲਸ ਹੋਵੇ ਉਹ ਲਿਖ ਦੇਣਾ, ਠੀਕ ਹੈ ਜੀ। ਰਿਜ਼ਰਵ ਲਿਖ ਦੇਣਾ, ਸਿਕਿਉਰਿਟੀ ਪ੍ਰੀਮੀਅਮ ਉਹ ਲਿਖ ਦੇਣਾ, ਉਹ ਲਿਖ ਦੇਣਾ ਤੁਸੀਂ, ਠੀਕ ਹੈ ਨਾ। ਉਸ ਤੋਂ ਬਾਅਦ ਜੀ ਇਹ ਸਾਡਾ ਸੀਗਾ ਪਹਿਲੇ ਨੰਬਰ ਤੇ ਸ਼ੇਅਰ ਹੋਲਡਰ ਫੰਡ, ਤੇ ਦੂਜੇ ਨੰਬਰ ਤੇ ਹੋਣਾ ਹੈਗਾ ਸਾਡੇ ਕੋਲ ਨੋਨ ਕਰੰਟ ਲਾਇਬਿਲਟੀਜ਼, ਕੀ ਹੋਣਾ ਨੋਨ ਕਰੰਟ ਲਾਇਬਿਲਟੀ। ਇਹਦੇ ਵਿੱਚ ਬੇਟਾ ਹੁੰਦਾ ਜ਼ਿਆਦਾਤਰ ਸਾਡੇ ਕੋਲ ਡਿਵੈਂਚਰ, ਲੌਂਗ ਟਰਮ ਬਰੋਇੰਗ, ਹੈ ਜੀ ਲੌਂਗ ਟਰਮ ਬਰੋਇੰਗ, ਠੀਕ ਨਾ। ਉਸ ਤੋਂ ਬਾਅਦ ਜੀ ਤੀਜੇ ਨੰਬਰ ਤੇ ਆ ਜਾਣਾ ਹੈਗਾ ਸਾਡੇ ਕੋਲ ਕਰੰਟ ਲਾਇਬਿਲਟੀਜ਼। ਜਿੰਨੀਆਂ ਵੀ ਕਰੰਟ ਲਾਇਬਿਲਟੀ ਹੋਣੀ ਇੱਧਰ ਲਿਖ ਦੇਣੀ, ਜਿੱਦਾਂ ਕ੍ਰੈਡੀਟਰ ਹੋ ਗਏ, ਬਿੱਲ ਪੇਬਲ ਹੋ ਗਏ, ਪ੍ਰੋਵੀਜ਼ਨ ਆਫ ਟੈਕਸੇਸ਼ਨ ਹੋ ਗਿਆ, ਉਹ ਅਸੀਂ ਇਹਦੇ ਵਿੱਚ ਲਿਖ ਦੇਣੇ ਹੈਗੇ, ਠੀਕ ਹੈ ਨਾ। ਤੇ ਫਿਰ ਤੁਸੀਂ ਇਹਦਾ ਟੋਟਲ ਕਰ ਦੇਣਾ, ਫਿਰ ਕੀ ਕਰ ਦੇਣਾ ਜੀ ਇਹਦਾ ਟੋਟਲ ਕਰ ਦੇਣਾ, ਸਾਡੇ ਕੋਲ ਟੋਟਲ ਆ ਜਾਣਾ, ਠੀਕ ਹੈ ਜੀ। ਔਰ ਇਸੇ ਤਰ੍ਹਾਂ ਸਾਡੇ ਕੋਲ ਜਿਹੜਾ ਅਗਲਾ ਹੈ ਦੂਜੇ ਪਾਸੇ ਹੋਣਾ, ਇਹਦਾ ਥੱਲੇ ਲਿਖਣਾ ਜੀ ਐਸਟਸ, ਕੀ ਆਣਾ ਜੀ ਐਸਟਸ, ਠੀਕ ਹੈ ਨਾ। ਐਸਟਸ ਲਿਖ ਦੇਣੇ ਸਾਡੇ ਕੋਲ, ਐਸਟਸ ਕੀ ਲਿਖਣਾ ਹੈ ਜੀ ਐਸਟਸ, ਠੀਕ ਹੈ ਨਾ। ਐਸਟਸ ਦੇ ਵਿੱਚ ਸਾਡੇ ਕੋਲ ਬੇਟਾ ਪਹਿਲੇ ਨੰਬਰ ਤੇ ਲਿਖਣੇ ਹੈਗੇ ਆਪਾਂ ਨੋਨ ਕਰੰਟ ਐਸਟਸ, ਜਿਹੜੇ ਨੋਨ ਕਰੰਟ ਐਸਟ। ਇਹਦੇ ਵਿੱਚ ਪਹਿਲੇ ਨੰਬਰ ਤੇ ਲਿਖਣਾ ਹੈਗਾ ਆਪਾਂ ਇੱਕ ਟੈਂਜੀਬਲ ਐਸਟਸ। ਟੈਂਜੀਬਲ ਐਸਟ ਦੇ ਵਿੱਚ ਆਣੇ ਬੇਟਾ ਜਿਹਨਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ, ਦੇਖ ਸਕਦੇ ਹਾਂ। ਫੋਰ ਐਗਜ਼ਾਮਪਲ ਲੈਂਡ ਐਂਡ ਬਿਲਡਿੰਗ, ਫਰਨੀਚਰ, ਠੀਕ ਨਾ ਜੀ। ਉਸ ਤੋਂ ਬਾਅਦ ਜੀ ਪਲਾਂਟ ਐਂਡ ਮਸ਼ੀਨਰੀ, ਠੀਕ ਹੈ ਜੀ। ਉਸ ਤੋਂ ਬਾਅਦ ਜੀ ਟੈਂਜੀਬਲ ਤੋਂ ਬਾਅਦ ਆ ਜਾਣਾ ਹੈਗਾ ਸਾਡੇ ਕੋਲ ਇਨਟੈਂਜੀਬਲ, ਠੀਕ ਹੈ ਨਾ। ਇਨਟੈਂਜੀਬਲ ਦੇ ਵਿੱਚ ਕੀ ਆ ਜਾਂਦਾ ਜੀ ਗੁੱਡਵਿਲ ਆ ਜਾਂਦੀ ਹੈ ਸਾਡੇ ਕੋਲ, ਜਿਹਨਾਂ ਨੂੰ ਆਪਾਂ ਦੇਖ ਸੇ ਨਹੀਂ ਕਰ ਸਕਦੇ ਹਾਂ ਜੀ। ਪੇਟੈਂਟਸ ਆ ਜਾਂਦੀ ਹੈ, ਠੀਕ ਹੈ ਨਾ। ਇਹ ਪੇਟੈਂਟਸ ਰਾਈਟ ਆਫ ਜਿਹੜੇ ਹੁੰਦੇ ਸਾਡੇ ਕੋਲ, ਪੇਟੈਂਟਸ ਰਾਈਟ ਜਿਹੜੇ ਹੁੰਦੇ ਇਹ ਵਾਲੀਆਂ ਚੀਜ਼ਾਂ, ਠੀਕ ਹੈ ਨਾ। ਉਸ ਤੋਂ ਬਾਅਦ ਬੇਟਾ ਫੇਰ ਸਾਡੇ ਕੋਲ ਆ ਜਾਣਾ ਹੈਗਾ ਆ ਨੋਨ ਕਰੰਟ ਇਨਵੈਸਟਮੈਂਟ, ਕਿਹੜਾ ਨੇ ਨੋਨ ਕਰੰਟ ਇਨਵੈਸਟਮੈਂਟ ਜਿਹੜੀ ਲੌਂਗ ਟਰਮ ਇਨਵੈਸਟਮੈਂਟ ਹੋਊਗੀ। ਉਸ ਤੋਂ ਬਾਅਦ ਬੇਟਾ ਆ ਜਾਣਾ ਹੈਗਾ ਸਾਡੇ ਕੋਲ ਕਰੰਟ
ਐਸਟਸ, ਜਿਹੜੇ ਕਰੰਟ ਐਸਟਸ ਹੁੰਦੇ ਫਿਰ ਇਹ 'ਚ ਲਿਖਦੇ ਨੇ ਕੈਸ਼, ਡੈਪਟਰ, ਸਟਾਕ, ਜੋ ਵੀ ਹੈਗਾ, ਇਨਵੈਂਟਰੀ ਉਹ ਸਾਰੇ ਤੁਸੀਂ ਇਹਦੇ ਵਿੱਚ ਹੋਣੇ। ਠੀਕ ਹੈ ਨਾ ਬੇਟਾ। ਫਿਰ ਇਹਦਾ ਆਪਾਂ ਟੋਟਲ ਕਰ ਦੇਣਾ। ਕੀ ਕਰ ਦੇਣਾ ਜੀ ਇਹਦਾ ਟੋਟਲ, ਯਾਨੀ ਕਿ ਜਦੋਂ ਸਾਡਾ ਬੈਲੈਂਸ ਸ਼ੀਟ ਚਾਹੇ ਕੰਪੈਰੀਟਿਵ ਹੋਵੇ ਚਾਹੇ ਸਾਡੀ ਕੀ ਹੋਵੇ ਜੀ ਉਹ ਕਾਮਨ ਸਾਈਜ਼ ਹੋਵੇ, ਤੁਹਾਡਾ ਬੇਟਾ ਬੈਲੈਂਸ ਸ਼ੀਟ ਦੇ ਵਿੱਚ ਆਹੀ ਪਰਫੋਰਮਾ ਚੱਲੂਗਾ। ਠੀਕ ਹੈ ਨਾ। ਹੁਣ ਬੇਟਾ ਜਿੱਦਾਂ ਮੇਰੇ ਕੋਲ ਆਹ ਵਾਲਾ ਕੁਐਸਚਨ ਆ, ਮੈਂ ਇਹ ਵਾਲਾ ਕੁਐਸਚਨ ਕਰਨ ਲੱਗਾ। ਠੀਕ ਹੈ ਨਾ। ਦੇਖੋ ਜੀ ਜਿੱਦਾਂ ਮੈਂ ਕੁਐਸਚਨ ਨੰਬਰ ਮੇਰੇ ਕੋਲ ਹੈਗਾ ਆ ਸੈਕਿੰਡ, ਆਹ ਵਾਲਾ ਦੇਖ ਲਓ। ਠੀਕ ਹੈ ਨਾ। ਜਿਹੜਾ ਸੈਕਿੰਡ ਕੁਐਸਚਨ ਹੈ ਜੀ ਮੈਂ ਇਹ ਕਰਨ ਲੱਗਾ। ਠੀਕ ਹੈ। ਆਹ ਦੇਖੋ ਬੇਟਾ ਕੀ ਹੈਗਾ ਕੁਐਸਚਨ। ਦੇਖੋ ਸਾਨੂੰ ਇਹਦੇ ਵਿੱਚ ਕਹਿੰਦਾ ਫਰੋਮ ਦੀ ਫੋਲੋਇੰਗ ਇਨਫੋਰਮੇਸ਼ਨ ਪ੍ਰਪੇਅਰ ਦੀ ਕੰਪੈਰੀਟਿਵ ਬੈਲੈਂਸ ਸ਼ੀਟ। ਠੀਕ ਹੈ ਨਾ। ਕੁਐਸਚਨ ਮੇਰੇ ਕੋਲ ਜਿਹਦੇ ਵਿੱਚ ਇਕੁਇਟੀ ਸ਼ੇਅਰ ਕੈਪੀਟਲ ਸਾਨੂੰ ਦਿੱਤੀ ਉਹ ਪਹਿਲੇ ਨੰਬਰ ਤੇ 2009 ਦੀ ਤੇ 2010 ਦੀ। ਠੀਕ ਹੈ। ਤੇ ਉਸ ਤੋਂ ਬਾਅਦ ਕਿਹਾ ਜੀ ਹੁਣ ਜਿਹੜਾ ਇਕੁਇਟੀ ਸ਼ੇਅਰ ਕੈਪੀਟਲ ਵਾ ਉਹ ਕਿਹ 'ਚ ਪਾ ਦੇਣਾ ਜੀ ਮੈਂ ਸ਼ੇਅਰ ਹੋਲਡਰ ਵਾਲੇ ਫੰਡ 'ਚ ਸ਼ੇਅਰ ਕੈਪੀਟਲ 'ਚ। ਜਿਹੜਾ ਫਿਕਸ ਐਸਟ ਆ ਉਹ ਸਾਡੇ ਜਿਹੜਾ ਫਿਕਸ ਐਸਟ ਦਿੱਤੇ ਉਹਨਾਂ ਵਿੱਚ ਪਾਉਂਗੇ। ਰਿਜ਼ਰਵ ਐਂਡ ਸਰਪਲਸ ਮੋਰੇ, ਇਨਵੈਸਟਮੈਂਟ ਮੋਰੇ। ਜਿੱਦਾਂ ਹੁਣ ਮੈਂ ਲਿਖੀ ਜਾਂਦਾ ਨਾਲੇ ਦੇਖੋ ਪਹਿਲਾਂ ਤਾਂ ਮੈਂ ਲਿਬਿਲਟੀ ਸਾਈਡ ਦਾ ਲਿਖਦਾ। ਠੀਕ ਹੈ ਨਾ। ਕਿਆ ਹੈ ਜੀ ਪਹਿਲਾਂ ਲਿਬਿਲਟੀ ਸਾਈਡ ਦਾ। ਆਹ ਦੇਖੋ ਜੀ। ਠੀਕ ਹੈ ਨਾ। ਸਾਡੇ ਕੋਲ ਜੀ ਪਹਿਲੇ ਨੰਬਰ 'ਤੇ ਹੈਗਾ ਇਕੁਇਟੀ ਸ਼ੇਅਰ ਕੈਪੀਟਲ। ਇਹ ਸਾਡਾ ਕਾਹਦੇ ਵਿੱਚ ਆ ਜਾਣਾ ਜੀ ਸ਼ੇਅਰ ਕੈਪੀਟਲ 'ਚ ਆ ਜਾਣਾ। ਇੱਥੇ ਕੀ ਲਿਖ ਦੇਣਾ ਥੱਲੇ ਇਕੁਇਟੀ ਸ਼ੇਅਰ ਕੈਪੀਟਲ। ਠੀਕ ਹੈ ਨਾ। ਜਿੱਦਾਂ ਦੇਖੋ ਬੇਟਾ 2009 ਦੀ ਦਿੱਤੀ ਸਾਨੂੰ 25 ਲੱਖ ਹੈ ਨਾ, ਤੇ 2010 ਦੀ ਦਿੱਤੀ ਉਹ 25 ਲੱਖ। ਇੱਦਾਂ ਹੀ ਆ ਇਹਦੇ ਵਿੱਚ ਵੀ ਜਾਣੀ ਕਿ 2009 'ਚ ਵੀ 25 ਲੱਖ ਤੇ 2010 'ਚ ਵੀ 25 ਲੱਖ। ਇੱਦਾਂ ਲਿਖ ਦੇਣੀ 2009 ਦੀ ਕਿੰਨੀ 2010 ਦੀ ਕਿੰਨੀ ਆ। ਉਸ ਤੋਂ ਬਾਅਦ ਜੀ ਫਿਰ ਸਾਡੇ ਕੋਲ ਰਿਜ਼ਰਵ ਐਂਡ ਸਰਪਲਸ ਸਿੱਧਾ ਦਿੱਤਾ ਆ। ਦੂਜੇ ਨੰਬਰ ਤੇ ਇਹੀ ਲਿਖਣਾ ਨਾ, ਇਹ ਨਹੀਂ ਹੈ ਕਿ ਜਿਹੜਾ ਆਹ ਆ ਗਿਆ ਤੇ ਇਹੀ ਲਿਖ ਦੇਣਾ। ਫਿਕਸ ਐਸਟ ਆ ਗਿਆ ਦੂਜੇ ਨੰਬਰ ਤੇ ਫਿਕਸ ਨਹੀਂ। ਉਸ ਤੋਂ ਬਾਅਦ ਕੀ ਆਉਂਦਾ ਰਿਜ਼ਰਵ ਐਂਡ ਸਰਪਲਸ ਦੇਖੋ 2009 ਦਾ ਕਿੰਨਾ 6 ਲੱਖ ਆ, 2010 ਦਾ ਕਿੰਨਾ ਆ 5 ਲੱਖ। 2009 ਦਾ ਕਿੰਨਾ ਜੀ 6 ਲੱਖ, 2010 ਦਾ ਕਿੰਨਾ ਹੈ ਜੀ 5 ਲੱਖ। ਠੀਕ ਹੈ ਜੀ। ਔਰ ਇਸੇ ਤਰ੍ਹਾਂ ਅੱਗੇ ਹੈਗਾ ਸਾਡੇ ਕੋਲ ਕਿਆ ਹੈ ਜੀ ਨੋਨ ਕਰੰਟ ਇਨਵੈਸਟਮੈਂਟ, ਨੋਨ ਕਰੰਟ ਲਿਬਿਲਟੀ ਆ। ਜਿਹੜੀਆਂ ਨੋਨ ਕਰੰਟ ਲਿਬਿਲਟੀ ਲੌਂਗ ਟਰਮ ਲੋਨਸ ਆਣੇ ਇਕੱਲੇ ਸਾਨੂੰ ਦੱਸਿਆ ਸੀ ਨਾ। ਨੋਨ ਕਰੰਟ ਲਿਬਿਲਟੀ ਵਿੱਚ ਡਿਵੈਂਚਰ ਆ ਸਕਦਾ ਹੈ। ਲੌਂਗ ਟਰਮ ਬੋਰੋਇੰਗ ਮਤਲਬ ਕਿਆ ਜੀ ਇੱਕ ਤਰ੍ਹਾਂ ਦਾ ਲੋਨ ਹੀ ਹੁੰਦਾ ਆ। ਠੀਕ ਹੈ ਨਾ। ਕਿੰਨਾ ਹੈ ਜੀ ਲੌਂਗ ਟਰਮ ਲੋਨ ਦੇਖੋ ਲੌਂਗ ਟਰਮ ਲੋਨ ਹੈਗਾ ਆ 15 ਲੱਖ ਆ ਜੀ। 15 ਲੱਖ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਕਰੰਟ ਲਿਬਿਲਟੀ ਸਾਨੂੰ ਸਿੱਧਾ ਦਿੱਤਾ ਹੈ ਨਹੀਂ ਕਿੰਨਾ ਹੈ ਜੀ 5 ਲੱਖ। ਪਹਿਲਾਂ ਹੈਗਾ 5 ਲੱਖ ਫਿਰ 5,50,000। ਆ ਦੇਖੋ ਪਹਿਲਾਂ ਕਿੰਨਾ ਸੀਗਾ 5 ਲੱਖ ਫਿਰ ਕਿੰਨਾ ਜੀ 5,50,000। ਫਿਰ ਕਰੰਟ ਲਿਬਿਲਟੀ ਲਿਖ ਦੇਣੀ ਆਪਾਂ ਕਿੰਨੀ ਆਣੀ ਸਾਡੇ ਕੋਲ ਜੀ ਕਰੰਟ ਲਿਬਿਲਟੀ 5,50,000। ਠੀਕ ਹੈ ਜੀ। ਹੁਣ ਬੇਟਾ ਦੇਖੋ ਇੱਧਰ ਤਾਂ ਸਾਡਾ ਪੂਰਾ ਹੋ ਗਿਆ। ਠੀਕ ਹੈ ਨਾ। ਜਿਹੜਾ ਪੂਰਾ ਹੋ ਗਿਆ ਪਹਿਲਾਂ ਉਹਦਾ ਟੋਟਲ ਕਰ ਦਿੰਦੀ ਆ। ਕਿੰਨਾ ਬਣਨਾ ਜੀ ਸਾਡੇ ਕੋਲ ਇਹ 25 ਤੇ 6 31, 25 ਤੇ 15 ਬਣ ਗਏ ਸਾਡੇ 30 40 40 ਤੇ ਕਿੰਨਾ ਜੀ ਆ ਕਿੰਨਾ ਆ ਗਿਆ ਸਾਡੇ ਕੋਲ 6 ਲੱਖ 46 ਤੇ 5 51 ਲੱਖ ਆ ਗਿਆ ਬੇਟਾ ਟੋਟਲ ਇਹਦਾ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਇੱਧਰਲਾ ਕਰ ਲਓ ਜੀ 25 ਤੇ 5 30 45 45 ਤੇ 5 45 ਤੇ 5 50 ਲੱਖ 50,000। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਜੀ ਫਿਰ ਅੱਗੇ ਆ ਜਾਓ। ਠੀਕ ਹੈ ਨਾ। ਹੁਣ ਆਪਾਂ ਐਸਟ ਸਾਈਡ ਆ ਜਾਣਾ ਆ। ਕਿੱਧਰ ਪਾਣੇ ਆ ਜੀ ਐਸਟ ਸਾਈਡ। ਐਸਟ ਸਾਈਡ ਦੇ ਵਿੱਚ ਕੀ ਆ ਸਾਡੇ ਕੋਲ ਜੀ ਪਹਿਲਾਂ ਨੋਨ ਕਰੰਟ ਐਸਟ ਦੇ ਵਿੱਚ ਸਾਡੇ ਕੋਲ ਕਿਹਾ ਜੀ ਨੋਨ ਕਰੰਟ ਐਸਟ ਦੇ ਵਿੱਚ ਫਿਕਸ ਐਸਟ ਆ। ਸਾਨੂੰ ਇਹ ਕੁਝ ਨਹੀਂ ਦੱਸਿਆ ਟੈਂਜੀਬਲ ਆ ਜਾਂ ਕਿਹੜੇ ਆ। ਠੀਕ ਹੈ ਨਾ। ਤਾਂ ਬੇਟਾ ਕੁਝ ਵੀ ਨਹੀਂ ਆਪਾਂ ਜਿਹੜਾ ਨੋਨ ਕਰੰਟ ਐਸਟ ਆ ਇਹਦੇ ਵਿੱਚ ਇੱਥੇ ਫਿਕਸ ਐਸਟਸ ਲਿਖ ਕੇ ਉਹ ਪਾ ਦੇਣੀ ਕਿੰਨੀ ਹੈਗੀ ਆ। ਪਹਿਲਾਂ ਹੈਗੇ 36 ਲੱਖ। ਪਹਿਲਾਂ ਕਿੰਨੀ ਹੈ ਜੀ ਇੱਥੇ ਨੋਨ ਕਰੰਟ ਐਸਟ ਦੇ ਫਿਕਸ ਐਸਟ ਲਿਖ ਕੇ ਕਿੰਨੇ ਜੀ 36 ਲੱਖ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਜੀ 2010 ਦੇ ਕਿੰਨੇ ਆ 30 ਲੱਖ। ਹਲੋ। ਠੀਕ ਹੈ ਜੀ। ਉਸ ਤੋਂ ਬਾਅਦ ਜੀ ਫਿਰ ਆਹ ਤਾਂ ਕੁਝ ਵੀ ਨਹੀਂ ਹੈਗਾ ਸਾਡੇ ਕੋਲ ਗੁੱਡਵਿਲ ਜਾਂ ਹੋਰ ਕੋਈ। ਫਿਰ ਸਿੱਧਾ ਦਿੱਤਾ ਹੈ ਇਨਵੈਸਟਮੈਂਟ ਦਿੱਤੀ ਸਾਨੂੰ ਆਹ ਜੀ ਨੋਨ ਕਰੰਟ ਇਨਵੈਸਟਮੈਂਟ ਵਿੱਚ ਪਾ ਦੇਣਾ। ਬਾਕੀ ਜਿਹੜਾ ਬੇਟਾ ਨਹੀਂ ਹੈਗਾ ਤੁਸੀਂ ਲਿਖਣਾ ਨਹੀਂ। ਉਹ ਜਿਹੜੀ ਚੀਜ਼ ਹੈਗੀ ਉਹੀ ਸਿਰ ਮੈਂਸ਼ਨ ਕਰਨੀ। ਮੈਂ ਤੁਹਾਨੂੰ ਪਰਫੋਰਮ ਪੂਰਾ ਦੱਸਿਆ ਤਾਂ ਉਹਦੇ ਵਿੱਚ ਪਾਉਣਾ ਪਿਆ ਮੈਂ। ਨੋਨ ਕਰੰਟ ਇਨਵੈਸਟਮੈਂਟ 'ਚ ਬੇਟਾ ਉਹੀ ਹੈ ਨਹੀਂ ਸਾਡੀ ਇਨਵੈਸਟਮੈਂਟ ਕਿੰਨਾ ਹੈ ਜੀ 5 ਲੱਖ। ਹਾਂ ਲਓ। ਫਿਰ ਜੀ
ਕਰੰਟ ਐਸੈਟਸ ਆ ਕਿੰਨੇ ਆ ਜੀ, ਉਹ ਜੀ ਪਹਿਲਾਂ ਸਾਡੇ ਕੋਲ 10 ਲੱਖ ਕਿੰਨੇ ਆ ਜੀ, 10,50,000 ਆ ਜੀ। बेटा गलत लिख दिता है, 10,50,000 नहीं आना, थोड़ा 10 लाख आना, रकम है गलत। ठीक है, यानी कि कितना जी, ਜਿਹੜਾ ਸਾਡੇ ਕੋਲ ਹੁਣ ਕਰੰਟ ਐਸਟ ਆ 2009 ਦੇ ਕਿੰਨੇ ਪੈਣੇ ਆ ਜੀ 10 ਲੱਖ, ਤੇ 2011 ਦੇ ਉਹ ਪੈਣੇ ਹੈਗੇ 15 ਲੱਖ। ਯਾਨੀ ਕਿ ਕਰੰਟ ਐਸਟ 2010 ਦੇ ਕਿੰਨੇ ਆਣੇ ਆ ਜੀ ਸਾਡੇ ਕੋਲ 10 ਲੱਖ। ਠੀਕ ਹੈ ਜੀ, ਕਿੰਨੇ ਆ ਜੀ 10 ਲੱਖ, ਤੇ ਉਹ ਤੋਂ ਅਗਲੇ ਦੇ ਕਿੰਨੇ ਆ ਜੀ 15 ਲੱਖ। ठीक है जी, ਹੁਣ ਇਹਦਾ ਕਰ ਲਓ ਜੀ 36 ਦੇ 5 41, 41 ਤੇ 10, ਇਹਦਾ ਤਾਂ ਜੋੜ ਆ ਗਿਆ ਉੱਪਰ ਵਾਲਾ ਹੈ ਬੇਟਾ 51 ਲੱਖ, ਉਹੀ ਤੇ 50,000 ਗਲਤ ਲਿਖਿਆ ਸੀਗਾ। ਇੱਧਰ ਕਿੰਨਾ ਆ ਗਿਆ ਜੀ, ਇਹ ਆ ਗਿਆ ਹੈਗਾ ਸਾਡੇ ਕੋਲ 30 ਤੇ 20 50 ਲੱਖ। ਕਿੰਨੇ ਸਾਡੇ ਕੋਲ ਰਹਿ ਗਿਆ ਕਰੰਟ ਲਿਵਿਲਿਟੀ ਫੰਡ। ਔਰ ਬੇਟਾ ਇਹਦੇ ਵਿੱਚ ਵੀ ਤੁਹਾਡਾ ਨਾ ਜਿਹੜੇ ਆ ਕਰੰਟ ਐਸਟ ਆ बेटा आ भी मर जाना, थोड़ा 15,50,000 आना। बुक तो भी काफ़ी रकम गलत है ये मेरे। ठीक है ना, तो ये भी कितना बन गया हुण, ये बन गया साढ़े को टोटल ये भी 50,50,000। ठीक है ना, हुण बेटा जेड़ा आपां चेंज कढ़ना इत्थे देखो, पहला 25 लाख सीगा, फिर भी कितना है 25 लाख, कोई फर्क नहीं पिया। पहला 6 लाख सीगा 2009 च, फिर कितना हो गया 5 लाख। ਇਹਦਾ मतलब 1 ਲੱਖ ਸਾਡਾ घट गया। तो बेटा जो घटिया होगा उन्हें इदा ब्रैकेट भी लिख देना, मेरे माइनस तो है घटिया है। आ पहला 15 लाख सी, फिर 15 लाख आ, कोई फर्क नहीं पिया। आ कितना पहला 5 लाख सी, फिर 5,50,000 हो गया। ਇਹਦਾ मतलब 50,000 ਵਧਿਆ ਆ, कितना है जी 50,000 ਵਧਿਆ है साडे कोल ही। ठीक है ना, पहला कितना सीगा देखो, ये 5 लाख फिर 5,50,000 हो गया ना, ਇਹਦਾ मतलब 50,000 ये बढ़ गया। इधर आ जाओ जी 51 लाख तो कितना हो गया 50,50,000 है ना, ਇਹਦਾ मतलब ये 50,000 क्या है जी घट गया है। ठीक ना, ਹੁਣ ਉਸ ਤੋਂ ਬਾਅਦ बेटा की करना सी, इधर आ जाओ पहला 36 लाख सी, फिर कितना हो गया 30 लाख। ਇਹਦਾ मतलब ये भी 6 लाख क्या है जी घट गया, 6 लाख क्या है जी ये घट गया। इधर 5 लाख तो 5 लाख रह गया, कुछ भी नहीं। ਇੱਥੇ ਕਿੰਨਾ ਸੀਗਾ ਪਹਿਲਾਂ 10 ਲੱਖ ਸੀਗਾ, ਫਿਰ 15,50,000 ਹੋ ਗਿਆ। ਇਹ ਮਤਲਬ ਕਿੰਨਾ ਵੱਧ ਗਿਆ ਜੀ ਸਾਡੇ ਕੋਲ, ਇਹ ਵੱਧ ਗਿਆ 5,50,000। ਠੀਕ ਹੈ ਨਾ ਬੇਟਾ, ਕੁਝ ਨਹੀਂ ਹੈਗਾ, ਇਸ ਸਾਲ ਵਿੱਚੋਂ ਇਸ ਸਾਲ ਵਾਲੇ ਘਟਾ ਕੇ ਲਿਖੀ ਜਾਣੇ। 2,50,000 ਚੋਂ 25 ਲੱਖ ਕੋਈ ਚੇਂਜ ਨਹੀਂ ਹੋਇਆ। 5 ਲੱਖ ਦੇ ਵਿੱਚ 6 ਲੱਖ ਘਟਾਇਆ, ਮਾਈਨਸ 1 ਲੱਖ ਮਾਈਨਸ ਲਿਖ ਦੇਣਾ, ਆ ਗਿਆ ਜੀ, ਕੋਈ ਚੇਂਜ ਨਹੀਂ ਹੋਇਆ। ਇੱਥੇ 5,50,000 ਵੱਧ ਗਿਆ ਆ, ਤਾਂ ਆਪਾਂ 50,000 ਪਲੱਸ ਦਾ ਲਿਖ ਦਿੱਤਾ। ठीक है ना, इत्थे घट गया सीगा 50,000, आप इत्थे घटिया लिख दिता। ठीक है ना, उस तो बाद जी आह वाला देख लो जी, इत्थे भी 36 लाख तो 30 लाख होया, 6 लाख घट गया, आप 6 लाख घटा के लिख दिता। इत्थे कोई चेंज नहीं होया। इत्थे क्या जी 5,50,000 वध गया, 5,50,000, तो इत्थे भी क्या जी एंड में साडा क्या जी 50,000 घटिया है। ठीक है, हुण बेटा परसेंटेज देख लो ध्यान नाल किद्दां कड्ढणी है। इहदे तो कोई नहीं आनी, इहदा देखो किद्दां आना, 1 ਲੱਖ ਦਾ जिन्ने भी आ चेंज कड्ढे आ ਉਹਨਾਂ ਦਾ बेटा बटा ਤੁਸੀਂ ਆਹ ਵਾਲੀ ਚੀਜ਼ ਲਾਣੀ ਆ, ਪਿਛਲਾ 2009 ਦਾ, ਜਿੱਦਾਂ 1 ਲੱਖ ਸੀਗਾ। ਠੀਕ ਨਾ, ਦੂਜਾ ਕੈਲਕੂਲੇਟਰ ਤੇ ਕਰਨਾ 1 ਲੱਖ ਦਾ ਬਟਾ ਕਰਨਾ ਹੈਗਾ ਤੁਸੀਂ ਜਿਹੜਾ ਪਿਛਲੇ ਸਾਲ ਦਾ ਆ, ਕਿੰਨਾ ਹੈ ਜੀ 6 ਲੱਖ। ਠੀਕ ਹੈ ਨਾ, ਗੁਣਾ 100 ਕਿੰਨਾ ਆ ਜਾਣਾ ਜੀ, ਕਰ ਦੇਣਾ ਜਿੰਨਾ ਆਉਂਦਾ ਆ। ਠੀਕ ਹੈ ਨਾ, ਕਿੰਨਾ ਜੀ 6 × 6 ਕਿੰਨੇ ਬਚੇ ਜੀ 3 ਤੇ 6 ਛਿੱਕਾ ਦੂਜੀ 4 ਛਿੱਕਾ 24 5 ਛਿੱਕਾ 30, ਉਹੀ ਆਣਾ ਸਾਡਾ ਕਿੰਨਾ ਜੀ 16.67, ਉਹੀ 6 ਆਈ ਜਾਣਾ ਤੇ ਰਾਉਂਡ ਅਪ ਕਰਕੇ 7 ਕਰ ਦੇਣਾ। ਫਿਰ ਅੱਗੇ ਆ ਜਾਓ, ਜੇ ਕੋਈ ਚੇਂਜ ਨਹੀਂ ਹੋਇਆ ਤਾਂ ਕਿੰਨਾ ਜੀ 50,000 ਵਧਿਆ, ਪਹਿਲਾਂ ਕਿੰਨਾ ਸੀਗਾ 5 ਲੱਖ। ਉਹੀ ਕੈਲਕੂਲੇਟਰ ਤੁਸੀਂ ਕਰਕੇ ਦੇਖ ਲੈਣਾ ਕਿੰਨਾ ਜੀ 50,000 ਬਟਾ ਪਹਿਲੇ 2009 ਵਾਲੇ ਬਟਾ ਰੱਖਣਾ ਹਰੇਕ ਦਾ ਜਿਹੜਾ ਵੀ ਹੋਊਗਾ, ਕਿੰਨਾ ਹੈ ਜੀ 5 ਲੱਖ ਗੁਣਾ 100 ਕਰਕੇ ਸੋਲਵ ਕਰਕੇ ਕਿੰਨਾ ਆ ਗਿਆ ਜੀ 10%। ਇੱਥੇ ਕਿੰਨਾ ਆਣਾ ਜੀ, ਜਿਹੜਾ ਵੀ ਸਾਡੇ ਕੋਲ ਆਣਾ ਜੀ 50,000 ਦਾ ਬਟਾ ਕਿੰਨਾ ਹੈ ਜੀ 51 ਲੱਖ ਗੁਣਾ 100। ਠੀਕ ਹੈ ਨਾ, ਇਦਾਂ ਹੀ ਅੱਗੇ ਆ ਜਾਓ ਜੀ, ਆ 6 ਲੱਖ ਸੀਗਾ ਬਟਾ ਕਿੰਨਾ ਜੀ 36 ਲੱਖ ਕਰ ਦੇਣਾ, 6 ਲੱਖ ਬਟਾ 36 ਲੱਖ ਗੁਣਾ 100। इदा यानी कोई चेंज नहीं। इतने कितना है जी 5,50,000 का चेंज आया, 5 ਲੱਖ
50,000 ਬਟਾ 10 ਲੱਖ ਗੁਣਾ 100। ਇਹ ਕਿੰਨਾ ਆਣਾ ਜੀ? ਇਹ ਸੋਲਵ ਕਰ ਲਓ ਜੀ। 4 ਜੀ ਨੂੰ ਇਹ ਕੱਟ ਹੋ ਗਈਆਂ ਸਾਡੇ ਕੋਲ ਤੇ 2 ਨਾ ਆਹ ਕਿੰਨਾ ਜੀ? ਇਹ 55% ਆ ਜਾਣਾ। ਇਦਾਂ ਮਤਲਬ ਸੋਲਵ ਕਰਕੇ ਤੁਸੀਂ ਇੱਥੇ ਲਿਖ ਦੇਣੇ, ਯਾਨੀ ਕਿ ਜਿਹੜਾ ਚੇਂਜ ਆਇਆ ਹੋਣਾ ਆ ਉਹਦਾ ਬਟਾ ਕੀ ਰੱਖਣਾ ਜੀ? ਪਿਛਲਾ 2000 ਪ੍ਰੀਵੀਅਸ ਈਅਰ ਵਾਲਾ ਜਿਹੜਾ ਪਿਛਲਾ ਸਾਲ ਹੁੰਦਾ, ਕਰੰਟ ਈਅਰ ਵਾਲਾ ਨਹੀਂ, ਜਿਹੜਾ ਕਹਿ ਜੀ ਪਿਛਲਾ ਸਾਲ ਹੁੰਦਾ ਉਹਨੂੰ ਬਟਾ ਰੱਖ ਕੇ ਉਹਨਾਂ ਪਰਸੈਂਟੇਜ ਕੱਢ ਦੇਣੀ। ਇਹ ਸੀਗਾ ਬੇਟਾ ਤੁਹਾਡਾ ਕੰਪੈਰੀਟਿਵ ਬੈਲੈਂਸ ਸ਼ੀਟ। ਠੀਕ ਹੈ ਨਾ। ਹੁਣ ਤੁਹਾਨੂੰ ਬੇਟਾ ਮੈਂ ਕਰਵਾਉਣ ਲੱਗਿਆ ਹੈਗਾ ਕਿ ਕੰਪੈਰੀਟਿਵ ਇਨਕਮ ਸਟੇਟਮੈਂਟ। ਇਹ ਬੇਟਾ ਅੱਗੇ ਆ ਗਿਆ ਸਾਡਾ ਕੰਪੈਰੀਟਿਵ ਇਨਕਮ ਸਟੇਟਮੈਂਟ। ਠੀਕ ਹੈ ਨਾ। ਜਿਹੜਾ ਕੰਪੈਰੀਟਿਵ ਇਨਕਮ ਸਟੇਟਮੈਂਟ ਆ ਇਹਦਾ ਬੇਟਾ ਪਰਫਾਰਮਾ ਦੇਖ ਲਓ ਜੀ ਕੀ। ਠੀਕ ਆ। ਜਿਹੜਾ ਕੰਪੈਰੀਟਿਵ ਇਨਕਮ ਸਟੇਟਮੈਂਟ ਇਹ 'ਚ ਵੀ ਕੀ ਹੋਣਾ ਜੀ? ਪਹਿਲਾਂ ਤਾਂ ਹੋਣਾ ਕੋਈ ਪਿਛਲਾ ਸਾਲ ਲਿਆ ਹੋਣਾ, ਜਿੱਦਾਂ ਮੰਨ ਲਓ 2000 ਮੰਨ ਲਓ ਜੀ 9 ਲੈ ਲੈਣੇ, ਫਿਰ ਅਗਲਾ ਸਾਲ ਉਹ ਤੋਂ ਜੀ 2010। ਠੀਕ ਹੈ। ਤੁਹਾਡੀ ਬੁੱਕ 'ਚ 19-20 ਹੋਊਗਾ, ਤੁਸੀਂ 19 ਵੀ ਲੈ ਲੈਣਾ ਆ। ਠੀਕ ਹੈ ਨਾ। ਤੇ ਨਾਲ ਕੀ ਹੋਣਾ ਜੀ ਇੱਥੇ ਉਹੀ ਫੇਰ ਉਹੀ ਜੀ ਚੇਂਜ ਤੇ ਪ੍ਰਤੀਸ਼ਤ, ਚੇਂਜ ਤੇ ਪ੍ਰਤੀਸ਼ਤ। ਠੀਕ ਹੈ ਨਾ। ਫਿਰ ਇੱਥੇ ਉਹੀ ਜੀ ਪਾਰਟੀਕੂਲਰਸ, ਕੀ ਹੋਣਾ ਜੀ? ਪਾਰਟੀਕੂਲਰਸ। ਠੀਕ ਹੈ ਨਾ। ਪਾਰਟੀਕੂਲਰ ਦੇਖ ਲਓ ਬੇਟਾ, ਪਹਿਲੇ ਨੰਬਰ ਤੇ ਹੋਣਾ ਹੈਗਾ ਸਾਡੇ ਕੋਲ ਰੈਵਨਿਊ ਫਰੋਮ ਆਪਰੇਸ਼ਨ। क्या होना जी? रेवन्यू फ्रॉम ऑपरेशन होना साडे कोल। ठीक है ना। जे तो बेटा सीधा रेवन्यू फ्रॉम ऑपरेशन लिखा फिर तो सीधा रेवन्यू फ्रॉम ऑपरेशन पा देना। जे वो नहीं मतलब सानू सेल लिखा है ना तो असीं इत्थे रेवन्यू फ्रॉम ऑपरेशन लिख के थल्ले की लिख देना जी? सेल। जे ग्रोस सेल आ, जे उन्हें की दित्ती हो जी? ग्रोस सेल, फिर आपां कर देनी लैस सेल रिटर्न। इहदे विचों रिटर्न लैस करके फिर असीं इत्थे पा देना। ਉਹ ਸਾਡਾ ਜੇ ਸਿੱਧਾ ਰੈਵਨਿਊ ਫਰੋਮ ਆਪਰੇਸ਼ਨ ਆ ਫਿਰ ਇੱਥੇ ਰੈਵਨਿਊ ਫਰੋਮ ਆਪਰੇਸ਼ਨ ਲਿਖ ਦਿਓ ਸਿੱਧਾ। ਠੀਕ ਹੈ। ਜੇ ਨਹੀਂ ਹੈਗੀ ਉਹਨੇ ਗਰੋਸ ਸੇਲ ਵੀ ਦਿੱਤੀ ਹੋ, ਜੇ ਕੱਲੀ ਸੇਲ ਦਿੱਤੀ ਹੋ ਸੇਲ ਲਿਖ ਕੇ ਇੱਥੇ ਪਾ ਦਿਓ। ਜੇ ਗਰੋਸ ਸੇਲ ਦਿੱਤੀ ਹੋ ਤਾਂ ਉਹਦੀ ਸੇਲ ਰਿਟਰਨ ਵੀ ਨਾਲ ਦਿੱਤੀ ਹੋਣੀ ਆ, ਲੈਸ ਸੇਲ ਰਿਟਰਨ ਲਿਖ ਕੇ ਇੱਥੇ ਆਪਾਂ ਪਾ ਦੇਣੀ ਆ, ਇਹਦੇ ਵਿੱਚੋਂ ਰਿਟਰਨ ਲੈਸ ਕਰਕੇ ਪਾ ਦਾਂਗੇ। ਠੀਕ ਹੈ ਨਾ। ਤੇ ਦੂਜੇ ਨੰਬਰ ਤੇ ਬੇਟਾ ਇਹਦੇ ਵਿੱਚ ਹੋਣਾ ਆ ਅਦਰ ਇਨਕਮ। ਕੀ ਹੋਣੀ ਜੀ? ਅਦਰ ਇਨਕਮ। ਅਦਰ ਇਨਕਮ ਬੇਟਾ ਜਾਂ ਤਾਂ ਨੇ ਸਿੱਧਾ ਲਿਖਿਆ ਹੋਣਾ ਆ ਜਾਂ ਕੋਈ ਇਨਕਮ ਲਿਖਿਆ ਹੋਣਾ ਆ, ਔਰ ਜਾਂ ਤਾਂ ਫਿਰ ਇਹਦੇ ਵਿੱਚ ਆਉਂਦਾ ਹੁੰਦਾ ਸਾਡੇ ਕੋਲ ਰੈਂਟ, ਇੰਟਰਸਟ, ਡਿਵੀਡੈਂਡ ਜਾਂ ਡਿਸਕਾਊਂਟ ਰਿਸੀਵਡ, ਉਹ ਇਹਦੇ ਵਿੱਚ ਆਉਂਦੀ ਹੁੰਦੀ ਸਾਡੇ ਕੋਲ। ਠੀਕ ਹੈ ਨਾ। ਫਿਰ ਬੇਟਾ ਅਸੀਂ ਤੀਜੇ ਨੰਬਰ ਤੇ ਇਹਨਾਂ ਦੋਨਾਂ ਦਾ ਟੋਟਲ ਕਰ ਦੇਣਾ, ਟੋਟਲ ਇਨਕਮ। ਕਿੱਦਾਂ ਜੀ? ਜਿਹੜਾ ਪਹਿਲਾ ਤੇ ਪਲੱਸ ਦੂਜਾ ਆ ਦੋਨਾਂ ਨੂੰ ਜੋੜ ਕੇ ਜਿਹੜੀ ਆਉਂਦੀ ਆ, ਯਾਨੀ ਕਿ ਜਿਹੜਾ ਅਸੀਂ ਉੱਪਰਲਾ ਕੱਢਿਆ ਹੋਣਾ ਆਹ ਵਾਲਾ, ਠੀਕ ਆ ਜੀ, ਤੇ ਪਲੱਸ ਜੀ ਅਦਰ ਇਨਕਮ, ਇਹਨਾਂ ਨੂੰ ਜੋੜ ਕੇ ਜਿਹੜਾ ਆ ਜਾਣਾ ਉਹ ਸਾਡੇ ਕੋਲ ਆ ਜਾਣਾ ਬੇਟਾ ਕਿਆ ਹੈ ਜੀ? ਟੋਟਲ ਇਨਕਮ। ਉਸ ਤੋਂ ਬਾਅਦ ਬੇਟਾ ਫਿਰ ਚੌਥੇ ਨੰਬਰ ਤੇ ਹੋਣਾ ਹੈਗਾ ਸਾਡੇ ਕੋਲ ਇਹਦੇ ਵਿੱਚ ਐਕਸਪੈਂਸਿਸ। ਕੀ ਹੋਣੀ ਆ ਜੀ? ਐਕਸਪੈਂਸਿਸ। ਠੀਕ ਹੈ ਨਾ। ਐਕਸਪੈਂਸਿਸ ਦੇ ਵਿੱਚ ਕੀ ਹੋਣਾ ਬੇਟਾ? ਜਿੰਨੇ ਵੀ ਖਰਚੇ ਹੋਣਗੇ। ਪਹਿਲੇ ਨੰਬਰ ਤੇ ਜ਼ਿਆਦਾਤਰ ਕਿਆ ਹੁੰਦਾ ਜੀ? ਕੋਸਟ ਆਫ ਗੁੱਡਸ ਸੋਲਡ। ਕੋਸਟ ਆਫ ਗੁੱਡ ਸੋਲਡ ਦੇ ਵਿੱਚ ਬੇਟਾ ਕੁਝ ਵੀ ਦਿੱਤਾ ਹੁੰਦਾ, ਇਹਦਾ ਕੋਸਟ ਆਫ ਗੁੱਡ ਸੋਲਡ ਜੇ ਤਾਂ ਸਾਨੂੰ ਨਹੀਂ ਸਿੱਧਾ ਕੋਸਟ ਆਫ ਗੁੱਡ ਸੋਲਡ ਦਿੱਤਾ ਸਿੱਧਾ ਪਾ ਦੇਣਾ, ਨਹੀਂ ਤਾਂ ਬੇਟਾ ਹੁੰਦਾ ਹੈਗਾ ਓਪਨਿੰਗ ਸਟਾਕ ਐਡ ਪਰਚੇਜ਼ ਲੈਸ ਕਲੋਜ਼ਿੰਗ ਸਟਾਕ। ਇੱਦਾਂ ਕਰਕੇ ਪਾ ਦੇਣਾ ਤੁਸੀਂ। ਜਿਹੜੀ ਤੁਹਾਨੂੰ ਦਿੱਤੀਆਂ ਹੋਣਾ ਨਾ ਉਹਨੇ ਓਪਨਿੰਗ ਸਟਾਕ ਵੀ ਦਿੱਤਾ ਹੋਣਾ, ਪਰਚੇਜ਼ ਵੀ ਦਿੱਤਾ ਹੋਣਾ, ਕਲੋਜ਼ਿੰਗ ਸਟਾਕ ਵੀ ਦਿੱਤਾ ਹੋਣਾ, ਤੁਸੀਂ ਓਪਨਿੰਗ ਸਟਾਕ ਪਰਚੇਜ਼ ਤੇ ਲੈਸ ਕਲੋਜ਼ਿੰਗ ਸਟਾਕ ਕਰਕੇ ਜੋ ਆਉਣਾ ਉਹ ਪਾ ਦੇਣਾ। ਉਸ ਤੋਂ ਬਾਅਦ ਜਿਹੜੀਆਂ ਹੋਰ ਕੋਈ ਵੀ ਐਕਸਪੈਂਸਿਸ ਹਨ ਦਿੱਤੀਆਂ ਆ, ਕੋਈ ਵੀ ਐਕਸਪੈਂਸਿਸ ਦਿੱਤੀਆਂ ਆ, ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਜੀ ਇਹ ਕਿਆ ਕਹਿੰਦੇ ਨੇ ਆਪਾਂ ਸੈਲਰੀ ਦਿੱਤਾ ਆ, ਠੀਕ ਆ ਜੀ, ਵੇਜਿਸ ਦਿੱਤੀਆਂ ਆ, ਇੰਟਰਸਟ ਔਨ ਲੋਨ ਦਿੱਤਾ ਆ ਜਾਂ ਡਿਵੈਂਚਰ ਦਿੱਤਾ ਆ, ਠੀਕ ਆ ਜੀ, ਜਾਂ ਫਿਰ ਅਸੀਂ ਕਹਿ ਦਿੰਦੇ ਆ ਆਫਿਸ ਐਕਸਪੈਂਸਿਸ ਆ, ਜਾਂ ਫਿਰ ਇਹਨੂੰ ਕੀ ਲਿਖਿਆ ਹੋਣਾ ਜੀ ਇਨਡਾਇਰੈਕਟ ਐਕਸਪੈਂਸਿਸ ਆ। ਇਹਦਾ ਕੋਈ ਵੀ ਖਰਚਾ ਹੋਵੇ ਜਿਹੜਾ ਮਤਲਬ ਕਹਿ ਜੀ ਜਿਹੜਾ ਵੀ ਖਰਚਾ ਆਉਣਾ ਤੁਸੀਂ ਇੱਥੇ ਉਹ ਲਿਖ ਕੇ ਪਾ ਦੇਣਾ, ਠੀਕ ਨਾ ਜੀ। ਉਸ ਤੋਂ ਬਾਅਦ ਜੀ ਫਿਰ ਤੁਸੀਂ ਇਹਦਾ ਟੋਟਲ ਕਰ ਲੈਣਾ, ਟੋਟਲ ਐਕਸਪੈਂਸਿਸ ਆ ਕਿਆ ਜੀ, ਟੋਟਲ ਐਕਸਪੈਂਸਿਸ ਆ, ਠੀਕ ਹੈ ਨਾ ਜੀ। ਔਰ ਜਦੋਂ ਅਸੀਂ ਟੋਟਲ ਐਕਸਪੈਂਸਿਸ ਦਾ ਜੋੜ ਕਰ ਲੈਣਾ, ਠੀਕ ਹੈ ਜੀ, ਤਾਂ ਫਿਰ ਬੇਟਾ ਅਸੀਂ ਇਹ ਆ ਜਾਣਾ ਹੈਗਾ ਸਾਡੇ ਕੋਲ ਚੌਥੇ ਨੰਬਰ ਦਾ ਟੋਟਲ ਆ ਜਾਣਾ। ਕਿਹਦਾ ਆ ਜਾਣਾ ਜੀ? ਚੌਥੇ ਨੰਬਰ। ਫਿਰ ਅਸੀਂ ਲਿਖਣਾ ਨੈਟ ਪ੍ਰੋਫਿਟ ਬਿਫੋਰ ਟੈਕਸ, ਨੈਟ ਪ੍ਰੋਫਿਟ ਬਿਫੋਰ ਟੈਕਸ, ਟੈਕਸ ਤੋਂ ਪਹਿਲਾਂ,
ਠੀਕ ਨਾ। ਕਿੱਦਾਂ ਆਣਾ ਬੇਟਾ, ਉਹ ਜਿਹੜਾ ਤੀਜੇ ਦਾ ਟੋਟਲ ਹੋਣਾ ਉਹਦੇ ਵਿੱਚੋਂ ਚੌਥੇ ਦਾ ਟੋਟਲ ਆਪਾਂ ਲੈਸ ਕਰ ਦੇਣਾ, ਉਹ ਸਾਡਾ ਆ ਜਾਣਾ ਨੈਟ ਪ੍ਰੋਫਿਟ ਬਿਫੋਰ ਟੈਕਸ, ਯਾਨੀ ਕਿ ਇਸ ਵਾਲੇ ਟੋਟਲ ਦੇ ਵਿੱਚੋਂ ਜਿਹੜਾ ਆਹ ਟੋਟਲ ਹੋਣਾ ਇਹ ਲੈਸ ਕਰ ਦੇਣਾ। ਫਿਰ ਅਸੀਂ ਇਹ 'ਚੋਂ ਹੀ ਲੈਸ ਕਰ ਦੇਣਾ, ਕਿਆ ਹੈ ਜੀ, ਟੈਕਸ। ਉਹਨੇ ਦਿੱਤਾ ਹੋਣਾ ਸਾਨੂੰ ਇਨਕਮ ਟੈਕਸ ਜਾਂ ਪ੍ਰੋਵੀਜ਼ਨ ਫॉर ਟੈਕਸੇਸ਼ਨ, ਉਹ ਅਸੀਂ ਘਟਾ ਦੇਣਾ ਇਹਦੇ ਵਿੱਚੋਂ, ਤੇ ਸਾਡਾ ਬੇਟਾ ਐਂਡ ਵਿੱਚ ਆਨਸਰ ਆ ਜਾਣਾ ਨੈਟ ਪ੍ਰੋਫਿਟ ਆਫਟਰ ਟੈਕਸ। ਕੀ ਹੋਣਾ ਜੀ, ਨੈਟ ਪ੍ਰੋਫਿਟ ਆਫਟਰ ਟੈਕਸ, ਇਹ ਚੀਜ਼ ਹੋਣੀ। ਠੀਕ ਨਾ। ਹੁਣ ਬੇਟਾ ਤੁਹਾਨੂੰ ਮੈਂ ਇੱਥੇ ਚੀਜ਼ ਦੱਸ ਦੇਵਾਂ ਇੱਕ, ਕਈ ਵੇਲੇ ਸਾਨੂੰ ਉੱਥੇ ਉਹਨੇ ਕੀ ਦਿੱਤਾ ਹੋਣਾ, ਇਹਦੇ ਵਿੱਚ ਹੀ ਤੁਹਾਨੂੰ ਕੀ ਦਿੱਤਾ ਹੋਣਾ ਜੀ, ਉਹਨੇ ਰੈਵਨਿਊ ਫਰੋਮ ਓਪਰੇਸ਼ਨ ਵੀ ਦਿੱਤਾ ਹੋਣਾ ਹੈ। ਠੀਕ ਹੈ ਜੀ, ਮੰਨ ਲਓ ਰੈਵਨਿਊ ਫਰੋਮ ਓਪਰੇਸ਼ਨ ਕਿੰਨਾ ਜੀ, 40,000 ਆ। ਨਾਲ ਉਹਨੇ ਤੁਹਾਨੂੰ ਦੇ ਦਿੱਤਾ ਗਰੋਸ ਪ੍ਰੋਫਿਟ। ਗਰੋਸ ਪ੍ਰੋਫਿਟ ਕਿੰਨਾ ਜੀ, ਮੰਨ ਲਓ ਇਹ 40% ਆ। ਠੀਕ ਹੈ ਨਾ। ਤਾਂ ਤੁਸੀਂ ਪਹਿਲਾਂ ਅਲੱਗ ਰਫ ਜਗ੍ਹਾ ਤੇ ਨਾ ਕੱਢ ਲੈਣਾ ਗਰੋਸ ਪ੍ਰੋਫਿਟ ਕਿੰਨਾ ਹੈ ਜੀ, 40% ਆ। ਰੈਵਨਿਊ ਓਪਰੇਸ਼ਨ ਦਾ ਹੀ ਹੁੰਦਾ ਹੈ 40/100, ਮਤਲਬ ਕਿੰਨਾ ਆ ਗਿਆ ਜੀ, 16,000 ਆ ਗਿਆ। ਕਿੰਨਾ ਆ ਗਿਆ, 16,000। ਤਾਂ ਬੇਟਾ ਦੇਖੋ ਇਸ ਤੇ ਇੱਥੇ ਗਰੋਸ ਪ੍ਰੋਫਿਟ ਕਿਤੇ ਵੀ ਨਹੀਂ ਪਾਣੇ ਹੈਗੇ, ਕਿਤੇ ਵੀ ਨਹੀਂ ਪਾਣੇ ਹੈਗੇ ਨਾ। ਅਸੀਂ ਕੀ ਪਾਣੇ ਆ, ਕੋਸਟ ਆਫ ਗੁੱਡਸ ਸੋਲਡ। ਕੀ ਪਾਣੇ, ਕੋਸਟ ਆਫ ਗੁੱਡਸ ਸੋਲਡ। ਤਾਂ ਬੇਟਾ ਤੁਸੀਂ ਕੀ ਕਰਨਾ, ਜਿਹੜਾ ਸਾਡਾ ਰੈਵਨਿਊ ਓਪਰੇਸ਼ਨ ਵਾ ਇਹਦੇ ਵਿੱਚੋਂ ਕੋਸਟ ਗਰੋਸ ਪ੍ਰੋਫਿਟ ਘਟਾ ਕੇ ਤੁਸੀਂ ਕੋਸਟ ਆਫ ਗੁੱਡਸ ਸੋਲਡ ਪਾਣਾ, ਜਿੱਥੇ ਤੁਹਾਨੂੰ ਨਹੀਂ ਦਿੱਤਾ ਹੋਊਗਾ। ਘਟਾ ਕੇ ਕਿੰਨਾ ਆ ਜਾਣਾ ਜੀ, 24,000 ਆ ਜਾਣਾ, ਇਹ ਅਸੀਂ ਪਾਉਣਾ ਆ। ਠੀਕ ਨਾ। ਜਾਂ ਫਿਰ ਸਿੱਧਾ ਤਰੀਕਾ ਆ, 40% ਗਰੋਸ ਪ੍ਰੋਫਿਟ ਆ, ਬਾਕੀ ਕੋਸਟ ਆਫ ਗੁੱਡਸ ਸੋਲਡ ਕਿੰਨਾ ਹੋਣਾ, 60%। ਸਿੱਧਾ ਇਹਦਾ 60% ਕੱਢ ਕੇ ਤੁਸੀਂ ਇੱਥੇ ਪਾ ਦੇਣਾ ਕੋਸਟ ਆਫ ਗੁੱਡਸ ਸੋਲਡ ਦੇ ਵਿੱਚ। ਠੀਕ ਹੈ ਨਾ। ਇਸ ਤਰ੍ਹਾਂ ਹੁੰਦਾ ਬੇਟਾ, ਕਈ ਵੇਲੇ ਨਹੀਂ ਆਹ ਚੀਜ਼ ਏਦਾਂ ਘੁਮਾ ਕੇ ਦਿੱਤੀ ਹੁੰਦੀ, ਕੋਸਟ ਆਫ ਗੁੱਡਸ ਸੋਲਡ ਦੀ ਜਗ੍ਹਾ ਤੁਹਾਨੂੰ ਗਰੋਸ ਪ੍ਰੋਫਿਟ ਦੇ ਦਿੰਦੇ ਆ, ਤੇ ਤੁਸੀਂ ਕੀ ਕਰਨਾ ਜੀ, ਉਹ ਲੈਸ ਕਰਕੇ ਪਾ ਦੇਣਾ। ਠੀਕ ਹੈ ਨਾ। ਹੁਣ ਬੇਟਾ ਦੇਖੋ ਅੱਗੇ ਜਿਹੜਾ ਕੁਐਸਚਨ ਹੈਗਾ, ਇਹਦੇ ਨਾਲ ਕੁਐਸਚਨ ਤੁਹਾਨੂੰ ਮੈਂ ਕਰਵਾਉਣਾ ਅਗਲਾ। ਹਾਂਜੀ ਸਟੂਡੈਂਟ, ਜਿੱਦਾਂ ਮੇਰੇ ਕੋਲ ਆਹ ਵਾਲਾ ਆਇਆ ਵਾਲਾ ਚੀਜ਼ ਦੇਖੋ, ਮੇਰੇ ਕੋਲ 13 ਕੁਐਸਚਨ ਆ। ਕਹਿੰਦਾ ਫਰੋਮ ਦੀ ਫੋਲੋਇੰਗ ਇਨਫੋਰਮੇਸ਼ਨ ਪ੍ਰੀਪੇਅਰ ਏ ਕੰਪੈਰੀਟਿਵ ਇਨਕਮ ਸਟੇਟਮੈਂਟ। ਅਸੀਂ ਕੰਪੈਰੀਟਿਵ ਇਨਕਮ ਸਟੇਟਮੈਂਟ ਬਣਾਉਣੀ ਹੈ ਇਹਦੇ ਤੋਂ। ਠੀਕ ਹੈ ਨਾ। ਦੇਖੋ ਬੇਟਾ, ਉਹੀ ਸਭ ਤੋਂ ਪਹਿਲਾਂ ਆਪਾਂ ਕੰਪੈਰੀਟਿਵ ਇਨਕਮ ਸਟੇਟਮੈਂਟ ਦੀ ਕਿਹੜਾ ਸਾਲ ਆ ਸਾਡੇ ਕੋਲ, 2010 ਤੇ 2011 ਆ। ਅਸੀਂ ਪਹਿਲਾਂ ਇੱਥੇ ਲਿਖ ਲੈਣਾ ਕਿੰਨਾ ਜੀ, 2010। ਠੀਕ ਹੈ ਜੀ, ਤੇ 2011। ਇੱਥੇ ਕਿਹਾ ਜੀ ਚੇਂਜ, ਇੱਥੇ ਕਿਹਾ ਜੀ ਪ੍ਰਤੀਸ਼ਤ। ਠੀਕ ਹੈ, ਇੱਥੇ ਕਿਹਾ ਜੀ ਚੇਂਜ, ਇੱਥੇ ਕਿਹਾ ਜੀ ਪ੍ਰਤੀਸ਼ਤ। ਠੀਕ ਹੈ ਨਾ। ਹੁਣ ਅਸੀਂ ਕੀ ਕਰਨਾ ਜੀ, ਸਭ ਤੋਂ ਪਹਿਲਾਂ ਲਿਖਣਾ ਹੈਗਾ ਅਸੀਂ ਰੈਵਨਿਊ ਫਰੋਮ ਓਪਰੇਸ਼ਨ। क्या लिखना जी, ਰੈਵਨਿਊ ਫਰੋਮ ਓਪਰੇਸ਼ਨ। ਠੀਕ ਹੈ ਨਾ। ਆ ਜਿਹੜਾ ਤੁਹਾਡਾ ਕਿਆ ਹੈ ਜੀ, ਪਾਰਟੀਕੂਲਰ ਵਾਲਾ ਕਰਨਾ ਹੈ। ਠੀਕ ਹੈ, ਪਾਰਟੀਕੂਲਰ ਸਰ। ਹੁਣ ਰੈਵਨਿਊ ਓਪਰੇਸ਼ਨ ਦਾ ਸਿੱਧਾ ਦਿੱਤਾ ਹੈ, ਦੇਖੋ ਇਹ ਸਿੱਧਾ ਪਾ ਦੇਣਾ। 2010 ਦਾ 10 ਲੱਖ ਆ, 2011 ਦਾ ਕਿੰਨਾ ਹੈ ਜੀ, 12 ਲੱਖ। 2010 ਦਾ ਕਿੰਨਾ ਹੈ ਜੀ, 10 ਲੱਖ ਆ, ਤੇ 2012 ਦਾ ਕਿੰਨਾ ਹੈ ਜੀ, 12 ਲੱਖ। ਠੀਕ ਹੈ ਜੀ। ਹੁਣ ਹੋਰ ਤਾਂ ਦੇਖੋ ਇੱਧਰ ਇਨਕਮ ਤਾਂ ਕੋਈ ਹੈ ਹੀ ਨਹੀਂ ਹੈਗੀ, ਜੇ ਨਹੀਂ ਹੈਗੀ ਤਾਂ ਮਤਲਬ ਮਾੜੀ ਇੱਦਾਂ ਲਿਖ ਦੇਣਾ ਤੁਸੀਂ, ਕਿਹਾ ਜੀ ਅਦਰ ਇਨਕਮ, ਖਾਲੀ ਹੈ ਜੀ, ਨਹੀਂ ਹੈਗਾ। ਫਿਰ ਅਸੀਂ ਕੱਢ ਦੇਣਾ ਕਿਹਾ ਜੀ ਟੋਟਲ, ਜੇ ਨਹੀਂ ਲਿਖੋਗੇ ਤਾਂ ਵੀ ਚੱਲ ਜਾਣਾ, ਟੋਟਲ ਇਨਕਮ। ਕਿਆ ਹੈ ਜੀ, 10 ਲੱਖ 12 ਲੱਖ। ਕਿੰਨਾ ਜੀ, 10 ਲੱਖ ਤੇ 12 ਲੱਖ। ਫਿਰ ਤੀਜੇ ਨੰਬਰ ਤੇ ਆ ਗਿਆ ਸਾਡੇ ਕੋਲ ਐਕਸਪੈਂਸਿਸ। ਕਿਆ ਆ ਗਿਆ ਜੀ, ਐਕਸਪੈਂਸਿਸ। ਠੀਕ ਹੈ ਨਾ। ਐਕਸਪੈਂਸਿਸ ਦੇ ਵਿੱਚ ਕੀ ਪਾਉਣਾ ਜੀ ਆਪਾਂ, ਪਹਿਲੇ ਨੰਬਰ ਤੇ ਕੋਸਟ ਆਫ ਮਟੀਰੀਅਲ ਕੰਜ਼ਿਊਮਡ, ਕੋਸਟ ਆਫ ਮਟੀਰੀਅਲ ਕੰਜ਼ਿਊਮਡ। ਠੀਕ ਹੈ, ਕੋਸਟ ਆਫ ਮਟੀਰੀਅਲ ਕੰਜ਼ਿਊਮਡ ਕਿੰਨਾ ਹੈ, ਦੇਖੋ 2010 ਦਾ 7 ਲੱਖ, ਉਹਦਾ 8 ਲੱਖ। ਕਿੰਨਾ ਹੈ ਜੀ, 8 ਲੱਖ। ਠੀਕ ਹੈ, ਕਿੰਨਾ ਹੈ ਜੀ, 7 ਲੱਖ ਤੇ 8 ਲੱਖ। ਠੀਕ ਹੈ ਨਾ। ਕਿੰਨਾ ਹੈ ਜੀ ਸਾਡੇ ਕੋਲ ਇਹ, 7 ਲੱਖ ਤੇ 8 ਲੱਖ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅੱਗੇ ਕੀ ਹੈ ਜੀ ਸਾਡੇ ਕੋਲ, ਇਹਦੇ ਵਿੱਚ ਹੀ ਕੋਸਟ ਆਫ ਮਟੀਰੀਅਲ ਕੰਜ਼ਿਊਮਡ ਇੰਨਾ ਸੀਗਾ। ਅੱਗੇ ਹੈਗਾ ਸਾਡੇ ਕੋਲ ਅਦਰ ਐਕਸਪੈਂਸਿਸ ਆ। ਕਿਆ ਹੈ ਜੀ, ਅਦਰ
ਐਕਸਪੈਂਸਿਸ। ਅਦਰ ਐਕਸਪੈਂਸਿਸ ਕਿੰਨਾ ਹੈ ਬੇਟਾ? ਜਿਹੜਾ 2010 ਉਹਦਾ ਹੈਗਾ ਸਾਡੇ ਕੋਲ 50,000 ਤੇ ਜਿਹੜਾ ਅਗਲਾ ਹੈ ਉਹਦਾ ਕਿੰਨਾ ਹੈ 11 ਦਾ ਕਿੰਨਾ ਹੈ ਜੀ 75,000। ਠੀਕ ਹੈ ਜੀ। ਉਸ ਤੋਂ ਬਾਅਦ ਜੀ ਡੈਪਰੀਸ਼ੀਏਸ਼ਨ। ਡੈਪਰੀਸ਼ੀਏਸ਼ਨ ਕਿੰਨਾ ਹੈ ਜੀ? ਇਹਦਾ ਸੀਗਾ 40,000। ਠੀਕ ਹੈ ਜੀ। ਤੇ ਉਸ ਤੋਂ ਅਗਲੇ ਦਾ ਕਿੰਨਾ ਹੈ ਜੀ 50,000। ਕਿੰਨਾ ਹੈ ਜੀ 50,000। ਹੁਣ ਬੇਟਾ ਦੇਖੋ ਇਨਕਮ ਟੈਕਸ ਦਾ 10 ਦਾ ਹੈਗਾ 40%, ਉਹਦਾ ਕਿੰਨਾ ਹੈ ਜੀ 50%। ਠੀਕ ਹੈ ਨਾ। ਉਹ ਅਸੀਂ ਬਾਅਦ ਚ ਲਾਣੀ, ਪਹਿਲਾਂ ਕਰਕੇ ਸਾਨੂੰ ਨੈਟ ਪ੍ਰੋਫਿਟ ਬਿਫੋਰ ਟੈਕਸ ਕੱਢਣਾ ਪੈਣਾ ਨਾ। ਹੁਣ ਕਰੋ ਜੀ ਪਹਿਲੇ ਨੰਬਰ ਤੇ ਟੋਟਲ ਐਕਸਪੈਂਸਿਸ ਕੱਢ ਲਓ। ਕੀ ਕੱਢ ਲਓ ਜੀ? ਟੋਟਲ ਐਕਸਪੈਂਸਿਸ ਕਰ ਦਿਓ ਜੋੜ ਜੀ ਇਹਦਾ। ਇਹ ਕਿੰਨਾ ਜੀ 50 ਤੇ 40 ਇਹਨਾਂ 7,90,000। ਕਿੰਨਾ ਆ ਗਿਆ ਜੀ 7,90,000। ਇਹਦਾ ਟੋਟਲ ਕਰ ਦਿਓ 8 ਲੱਖ ਆ ਤੇ ਆ 75,000 ਆ। ਇਹ ਕਿੰਨਾ ਬਣ ਗਿਆ 9,25,000। ਠੀਕ ਹੈ ਜੀ। ਇਹ ਸਾਡੇ ਕੋਲ ਟੋਟਲ ਐਕਸਪੈਂਸਿਸ ਆ ਗਈਆਂ। ਠੀਕ ਹੈ ਨਾ ਜੀ। ਹੁਣ ਉਸ ਤੋਂ ਬਾਅਦ ਬੇਟਾ ਅਸੀਂ ਕੀ ਅੱਗੇ ਕੱਢ ਦੇਣਾ ਜੀ? ਅਸੀਂ ਕੱਢਣਾ ਹੈਗਾ ਨੈਟ ਪ੍ਰੋਫਿਟ ਬਿਫੋਰ ਟੈਕਸ। ਕਿੱਦਾਂ ਜੀ? ਪਹਿਲਾਂ 10 ਲੱਖ ਦੇ ਵਿੱਚੋਂ 7,90,000 ਘਟਾਏ, ਕਿੰਨਾ ਆਣਾ ਬੇਟਾ 2,10,000। ਤੇ ਇਦਾਂ ਹੀ ਆ 12 ਲੱਖ ਆ, ਇਹਦੇ ਵਿੱਚੋਂ ਕਿੰਨੇ ਘਟਾਤੇ ਜੀ 9,25,000 ਘਟਾ ਦਿਓ 9,25,000। ਔਰ ਇਹ ਸਾਡੇ ਕੋਲ ਕਿੰਨਾ ਆਣਾ ਜੀ 2,75,000। ਕਿੰਨਾ ਜੀ 2,75,000। ਠੀਕ ਹੈ ਨਾ। ਉਸ ਤੋਂ ਬਾਅਦ ਜੀ ਲੈਸ ਕਰ ਦਿਓ ਜੀ ਇਹਦੇ ਵਿੱਚੋਂ ਟੈਕਸ। ਜਦੋਂ ਟੈਕਸ ਦੱਸਿਆ ਸੀ ਇਹਦਾ ਤਾਂ ਹੈਗਾ 40%, ਇਹਦਾ ਕਿੰਨਾ ਹੈ ਜੀ 40%। ਤੇ 40% ਸਾਡਾ ਕਿੰਨਾ ਆਣਾ ਜੀ? ਇਹਦਾ ਆਣਾ ਹੈਗਾ 40% 84,000। ਕਿੰਨਾ ਆਣਾ ਜੀ 84,000। ਜੇ ਕਿਤੇ ਲੋਸ ਹੋਵੇ ਨਾ, ਜੇ ਇਹਦੇ ਨਾਲ ਬਾਅਦ ਜ਼ਿਆਦਾ ਹੋ ਜਾਵੇ ਤੇ ਮੇਰਾ ਟੈਕਸ ਨਹੀਂ ਲੱਗਣਾ, ਉਹਦਾ ਟੈਕਸ ਨਹੀਂ ਲੱਗਣਾ ਹੈਗਾ। ਹੁਣ ਆ ਗਿਆ ਜੀ 2,75,000 ਸੀਗਾ, ਇਹਦਾ ਹੈਗਾ ਸਾਡੇ ਕੋਲ 50% ਦਿੱਤਾ ਹੈ। ਨਹੀਂ ਕਿੰਨਾ ਹੈ ਜੀ 50%। ਯਾਨੀ ਕਿ ਇਹਦਾ ਸੀਗਾ ਜੀ ਸਾਡੇ ਕੋਲ ਇਹ 40% ਤੇ ਇਹਦਾ ਆਪਾਂ ਕਿੰਨਾ ਲਾਣਾ ਹੈ ਜੀ ਇਹ 50%। ਠੀਕ ਹੈ ਨਾ। ਇਹਦਾ 40% ਲਾਇਆ ਆਪਾਂ ਇੰਨਾ, ਇਹਦਾ ਕਿੰਨਾ ਲਾਣਾ ਜੀ 50%। 50% ਕਿੰਨਾ ਆਣਾ ਜੀ ਇਹਦਾ ਹਾਫ ਆ ਜਾਣਾ। ਕਿੰਨਾ ਜੀ 182 1,82,500। ਠੀਕ ਹੈ ਜੀ। ਹੁਣ ਉਹ ਸਾਡੇ ਕੋਲ ਬਾਅਦ ਵਿੱਚ ਆ ਜਾਣਾ ਨੈਟ ਪ੍ਰੋਫਿਟ ਆਫਟਰ ਟੈਕਸ। ਠੀਕ ਹੈ ਜੀ। ਕਿਆ ਜਾਣਾ ਜੀ ਆਫਟਰ ਟੈਕਸ। ਕੱਢ ਦਿਓ ਜੀ ਕਿੰਨਾ ਦਾ 0,006 1,26,000। ਠੀਕ ਹੈ ਨਾ। ਤੇ ਇਹਦਾ ਤਾਂ ਉਹੀ ਉਹਨੇ ਜੋਨਾ ਘਟਾ ਕੇ ਉਹਨੇ ਆ ਜਾਣਾ 1,82,500। ਆ ਬੇਟਾ ਬਾਕੀ ਬੇਟਾ ਕੰਪੈਰੀਟਿਵ ਵਾਲਾ ਉਹੀ ਕੰਮ ਆ ਜਿੱਦਾਂ ਕਹਿੰਦਾ ਹੋਏ ਤੁਸੀਂ ਪਹਿਲਾਂ ਕਿੰਨਾ ਸੀਗਾ 10 ਲੱਖ, ਕਿੰਨਾ ਹੋ ਗਿਆ 12 ਲੱਖ। ਇਹਦਾ ਮਤਲਬ ਕਿੰਨਾ ਵੱਧ ਗਿਆ 2 ਲੱਖ ਵੱਧ ਗਿਆ। 10 ਲੱਖ ਤੋਂ 12 ਲੱਖ ਇਹ ਵੀ ਕਿੰਨਾ ਵਧਿਆ ਜੀ 2 ਲੱਖ। 7 ਲੱਖ ਤੋਂ ਕਿੰਨਾ ਹੋ ਗਿਆ 8 ਲੱਖ, ਕਿੰਨਾ ਵੱਧ ਗਿਆ ਜੀ 1 ਲੱਖ। ਯਾਨੀ ਕਿ ਇਹਦੇ ਵਿੱਚ ਘਟਾ ਕੇ ਲਿਖੀ ਜਾਣਾ ਅਗਲੇ ਸਾਲ ਚੋਂ। ਇਹਦੇ ਵਿੱਚ ਕਿੰਨਾ 50,000 ਤੋਂ 75,000 ਹੋ ਗਿਆ, ਕਿੰਨਾ ਜੀ 25,000। ਆਹ ਕਿੰਨਾ ਹੋ ਗਿਆ ਜੀ 10,000। ਆ 7,90,000 ਤੋਂ ਕਿੰਨਾ ਵੱਧ ਕੇ ਹੋ ਗਿਆ ਜੀ 9,25,000। ਮਤਲਬ ਕਿੰਨਾ ਵੱਧ ਗਿਆ ਸਾਡਾ ਜੀ ਇਹ ਸਾਡਾ ਇਹਦੇ ਵਿੱਚ ਘਟਾ ਦਿਓ ਜੀ ਕਿੰਨਾ ਆਣਾ 0,005। ਠੀਕ ਹੈ ਨਾ। 12 ਚੋਂ ਕਿੰਨਾ ਆ ਗਿਆ ਜੀ 3। ਠੀਕ ਹੈ ਨਾ। ਤੇ 1 ਲੱਖ ਕਿੰਨਾ ਆਣਾ ਜੀ 35,000। ਹੁਣ ਅਸੀਂ ਇਹਦੇ ਵਿੱਚ ਕੀ ਕਰਨਾ ਅੱਗੇ ਜਿੱਦਾਂ 2 ਲੱਖ ਤੋਂ ਕਿੰਨਾ 2,75,000, ਇਹ 65,000 ਆ ਜਾਣਾ ਜੀ। ਠੀਕ ਹੈ ਨਾ। ਟੈਕਸ ਵਾ ਸਾਡਾ ਇਹ ਦੇਖ ਲੈਣਾ ਕਿੰਨਾ ਵਧਿਆ 84,000 ਤੇ 1,82,000 ਹੋ ਗਿਆ। ਇਹ ਕਿੰਨਾ ਆ ਗਿਆ ਜੀ ਸਾਡੇ ਕੋਲ 0,05 ਕਿੰਨਾ ਜੀ 8 ਤੇ ਕਿੰਨਾ ਜੀ 98,500। ਠੀਕ ਹੈ ਨਾ ਜੀ। ਤੇ ਬਾਕੀ ਨੈਟ ਪ੍ਰੋਫਿਟ ਟੈਕਸ ਕਿੰਨੀ ਵਧੀਆ ਸਾਡੇ ਕੋਲ ਕਿੰਨੀ ਆਣੀ ਹੈ ਜੀ ਇਹ 0,05। ਠੀਕ ਹੈ ਨਾ। ਤੇ ਇਹ ਕਿੰਨਾ ਆਣਾ ਜੀ ਸਾਡੇ ਕੋਲ ਇੱਥੇ 2। ਠੀਕ ਹੈ ਨਾ 56,500। ਠੀਕ ਹੈ ਨਾ। ਬਾਕੀ ਬੇਟਾ ਪਰਸੈਂਟੇਜ ਦਾ ਕੱਢਦੇ ਸੀਗੇ ਅਸੀਂ, ਇਹਦਾ ਬਟਾ ਆ ਰੱਖਣਾ ਪਿਛਲੇ ਸਾਲ ਵਾਲਾ 2 ਲੱਖ ਦਾ ਬਟਾ 10 ਲੱਖ ਆ। 2 ਲੱਖ ਦਾ ਬਟਾ 10 ਲੱਖ ਆ। ਇਹ ਕਿੰਨਾ ਬਣ ਜਾਣਾ ਜੀ 20%। 2 ਲੱਖ ਦਾ ਬਟਾ 10 ਲੱਖ ਆ, ਇਹ ਵੀ ਕਿੰਨਾ ਆਣਾ ਜੀ 20%। ਉਹੀ ਬੇਟਾ ਆ ਉੱਪਰ ਰੱਖਣਾ 2 ਲੱਖ ਬਟਾ 10 ਲੱਖ 2 ਲੱਖ ਬਟਾ 10 ਲੱਖ। ਇਸ ਤਰ੍ਹਾਂ ਅੱਗੇ ਆ ਜਾਓ ਆਹ ਬੜਾ ਜਾਣਾ ਕਿੰਨਾ ਜੀ ਸਾਡੇ ਕੋਲ 10 ਇਹ 1 ਲੱਖ ਆ। 1 ਲੱਖ ਬਟਾ 7 ਲੱਖ 1 ਲੱਖ ਬਟਾ 7 ਲੱਖ ਗੁਣਾ 100। ਹੁਣ ਅਸੀਂ ਇਹਨੂੰ ਕਰ ਦੇਣਾ
ਠੀਕ ਹੈ ਨਾ। ਕਿੰਨਾ ਆਣਾ ਜਦੋਂ ਸਾਡੇ ਕੋਲੇ ਆ ਜਾਣਾ ਹੈਗਾ 7 7 ਚੌਕਾ 28 ਤੇ ਮੰਨ ਲਓ n ਆ ਜਾਣਾ ਸਮਥਿੰਗ 14.2 ਕੁਛ, ਠੀਕ ਹੈ ਨਾ। ਔਰ ਇਸੇ ਤਰ੍ਹਾਂ ਅੱਗੇ ਅਸੀਂ ਆ ਜੋ ਜੀ ਇਹਦੇ ਵਿੱਚ ਕਿੰਨਾ ਆ ਗਿਆ ਜੀ 25,000 ਬਟਾ ਪਿਛਲੇ ਸਾਲ ਵਾਲਾ ਜੀ ਉਹੀ 2010 ਦਾ ਕਿੰਨਾ ਜੀ 25,000 ਬਟਾ 50,000 ਗੁਣਾ 100 ਕਰਕੇ ਕਿੰਨਾ ਆਣਾ ਜੀ ਇਹ ਆਣਾ ਹੈਗਾ ਸਾਡੇ ਕੋਲ 50%, ਠੀਕ ਨਾ। ਇੱਦਾਂ ਹੀ ਆਹ ਆ 10,000 ਬਟਾ 40,000, ਠੀਕ ਨਾ। ਇਹ ਵੀ ਕਿੰਨਾ ਆਣਾ ਜੀ 25%, ਜਾਣੀ ਕਿ ਜਿਹੜਾ ਚੇਂਜ ਕੱਢਿਆ ਹੈ ਨਾ ਇਹ ਤੁਸੀਂ ਉੱਪਰ ਰੱਖ ਲੈਣਾ, ਜਿਹੜਾ ਪਿਛਲੇ ਸਾਲ ਵਾਲਾ ਸੀਗਾ 40,000 ਗੁਣਾ 100 ਹੀ ਉੱਪਰ ਰੱਖ ਲੈਣਾ। ਇੱਦਾਂ ਅਸੀਂ ਬਾਕੀਆਂ ਦਾ ਕੱਢ ਦੇਣਾ ਬੇਟਾ, ਠੀਕ ਨਾ। ਇਹਦਾ 1,35,000 ਬਟਾ 7,90,000, ਇਹਦਾ ਜੀ 65,000 ਬਟਾ 2,10,000, ਇਹਦਾ ਬਟਾ ਕੀ ਕਰ ਦੇਣਾ ਆਹ ਵਾਲਾ ਜਿਹੜਾ ਸਾਡਾ ਪਿਛਲੇ ਸਾਲ ਦਾ ਸੀਗਾ 84,000, ਇਹ 100 ਤੋਂ ਵੱਧ ਜੂਗਾ ਕੁਛ ਪਰਸੈਂਟੇਜ, 100 ਤੋਂ ਵੱਧ ਵੀ ਆ ਸਕਦੀ ਆ, 120% ਵੀ ਆ ਸਕਦਾ, 300% ਵੀ ਆ ਸਕਦਾ ਹੈ, ਠੀਕ ਹੈ। ਇਹ ਨਹੀਂ ਕਿ 100 ਤੋਂ ਵੱਧ ਨਹੀਂ ਆ ਸਕਦਾ। ਇਹਦੇ 56,500 ਤੋਂ ਬਟਾ 1,26,000 ਉਹਦੀ ਪਰਸੈਂਟੇਜ ਕੱਢ ਦੇਣੀ ਕਿੰਨੀ ਆਉਂਦੀ ਹੈ, ਠੀਕ ਹੈ ਨਾ। ਇਹ ਬੇਟਾ ਸੀਗਾ ਸਾਡਾ ਕੰਪੈਰੀਟਿਵ ਬੈਲੈਂਸ ਸ਼ੀਟ ਤੇ ਕੰਪੈਰੀਟਿਵ ਇਨਕਮ ਸਟੇਟਮੈਂਟ। ਹੁਣ ਬੇਟਾ ਤੁਸੀਂ ਮੈਨੂੰ ਅੱਗੇ ਮੈਂ ਤੁਹਾਨੂੰ ਸਾਡਾ ਕਾਮਨ ਸਾਈਜ਼ ਰਹਿ ਗਿਆ, ਕਾਮਨ ਸੈਂਸ ਸਮਝਾ ਦੂੰਗਾ, ਠੀਕ ਹੈ ਨਾ। ਓਕੇ, ਥੈਂਕਸ ਬੇਟਾ।